ਪਿਆਰੇ ਵਿਦਿਆਰਥੀਓ, ਗੁੱਡ ਮਾਰਨਿੰਗ। ਅੱਜ ਮੈਂ ਤੁਹਾਡੇ ਸਾਹਮਣੇ ਨੈਸ ਜਾਂ ਪੈਸ ਦਾ ਜਿਹੜਾ ਪੇਪਰ ਡਿਪਾਰਟਮੈਂਟ ਵੱਲੋਂ ਆਪਾਂ ਨੂੰ ਕਰਨ ਨੂੰ ਕਿਹਾ ਗਿਆ ਹੈ, ਉਸ ਨੂੰ ਸਮਝਣ ਲਈ ਕੁਝ ਪ੍ਰਸ਼ਨ ਜਿਹੜੇ ਕਿ ਓਬਜੈਕਟਿਵ ਟਾਈਪ ਦੇ ਰੂਪ ਵਿੱਚ ਆਪਣੇ ਸਾਇੰਸ ਦੇ ਸਿਲੇਬਸ ਦੇ ਵਿੱਚ 10ਵੀਂ ਜਮਾਤ ਵਿੱਚ ਆਉਣਗੇ, ਉਹ ਡਿਸਕਸ ਕਰਨ ਲੱਗਾ। ਇਸ ਉਦਾਹਰਣ ਲਈ ਮੈਂ ਊਰਜਾ ਦੇ ਸੋਮੇ ਪਾਠ 10ਵੀਂ ਜਮਾਤ ਦਾ ਪਾਠ 14 ਦੇ ਕੁਝ ਪ੍ਰਸ਼ਨ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਹੈ। ਉਮੀਦ ਹੈ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਦੇਖ ਕੇ ਸਮਝੋਗੇ ਕਿ ਨੈਸ ਜਾਂ ਪੈਸ ਦਾ ਸਰਵੇ ਜਿਹੜਾ ਹੋ ਰਿਹਾ ਹੈ ਉਸ ਵਿੱਚ ਪ੍ਰਸ਼ਨ ਕਿਸ ਤਰ੍ਹਾਂ ਦੇ ਆਉਣਗੇ। ਪਹਿਲਾ ਪ੍ਰਸ਼ਨ ਜਿਵੇਂ ਕਿ ਆਪਾਂ ਨੂੰ ਆਪਣੀ ਸਕਰੀਨ ਵਿੱਚ ਦਿਖ ਰਿਹਾ ਹੈਗਾ, ਕ੍ਰਿਸ਼ਨ ਦੇ ਅਧਿਆਪਕ ਨੇ ਦੱਸਿਆ ਕਿ ਰੋਜ਼ਾਨਾ ਜੀਵਨ ਵਿੱਚ ਕਾਰਜ ਕਰਨ ਲਈ ਅਸੀਂ ਊਰਜਾ ਦੇ ਕਈ ਸਰੋਤ ਸੋਮਿਆਂ ਦਾ ਉਪਯੋਗ ਕਰਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਊਰਜਾ ਦਾ ਸਭ ਤੋਂ ਵਧੀਆ ਸੋਮਾ ਕਿਹੜਾ ਹੈਗਾ? ਇਸ ਦੇ ਵਿੱਚ ਦੇਖੋ ਪਹਿਲੀ ਆਪਸ਼ਨ ਦਿੱਤੀ ਹੋਈ ਹੈ, ਊਰਜਾ ਦਾ ਉਹ ਸੋਮਾ ਜਿਹੜਾ ਸੌਖ ਨਾਲ ਪ੍ਰਾਪਤ ਸਕਦੇ, ਮਤਲਬ ਕਿ ਉਸ ਊਰਜਾ ਦੇ ਉਹ ਸੋਮੇ ਦੱਸਣੇ ਹੈ ਜਿਹੜਾ ਸਭ ਤੋਂ ਵਧੀਆ ਹੋਣ। ਉਹਦੀ ਉਦਾਹਰਣ ਆਪਾਂ ਪਾਠ ਦੇ ਵਿੱਚ ਪੜ੍ਹੀ ਵੀ ਸੀਗੀ ਅਤੇ ਇਹਦੇ ਵਿੱਚ ਲਿਖਿਆ ਵੀ ਹੋਇਆ ਹੈ ਕਿ ਜਿਹੜਾ ਪਹਿਲਾ ਆਪਸ਼ਨ ਹੈ ਕਿ ਜੋ ਸੌਖ ਨਾਲ ਮਿਲ ਸਕੇ, ਮਤਲਬ ਬੱਚੋ ਆਸਾਨੀ ਨਾਲ ਮਿਲ ਸਕੇ, ਠੀਕ ਹੈ, ਜੋ ਭੰਡਾਰ ਕਰਨਾ ਸੌਖਾ ਹੋਏ, ਦੂਜਾ ਆਪਸ਼ਨ ਹੈਗੀ ਹੈ। ਤੀਜੀ ਹੈਗੀ ਜੋ ਸਸਤਾ ਹੋਵੇ ਅਤੇ ਚੌਥੀ ਹੈਗੀ ਉਪਰੋਕਤ ਸਾਰੇ। ਹੁਣ ਆਪਾਂ ਨੂੰ ਪਤਾ ਲੱਗ ਹੀ ਰਿਹਾ ਹੈ ਕਿ ਊਰਜਾ ਦਾ ਜਿਹੜਾ ਸੋਮਾ ਹੈਗਾ ਉਹ ਸਾਰੇ ਤਿੰਨੋਂ ਹੀ ਸੰਭਾਵਨਾ ਉਹਦੇ ਵਿੱਚ ਹੋਣੀ ਚਾਹੀਦੀ ਹਨ। ਇਸ ਲਈ ਇਸ ਦਾ ਉੱਤਰ ਚੌਥਾ ਹੋਏਗਾ ਉਪਰੋਕਤ ਸਾਰੇ। ਇਸ ਤਰ੍ਹਾਂ ਹੀ ਆਪਾਂ ਦੂਜਾ ਪ੍ਰਸ਼ਨ ਦੇਖ ਰਹੇ ਹਾਂ। ਸਰਬਜੀਤ ਨੇ ਆਪਣੇ ਪਿੰਡ ਵਿੱਚ ਇੱਕ ਬਾਇਓਗੈਸ ਪਲਾਂਟ ਦਾ ਦੌਰਾ ਕੀਤਾ। ਅਗਲੇ ਦਿਨ ਇਸ ਬਾਰੇ ਪੁੱਛਣ 'ਤੇ ਅਧਿਆਪਕ ਨੇ ਦੱਸਿਆ ਕਿ ਬਾਇਓਗੈਸ ਇੱਕ ਵਧੀਆ ਪਲਾਂਟ ਹੈ। ਬਾਇਓਗੈਸ ਵਿੱਚ ਸਭ ਤੋਂ ਵੱਧ ਕਿਹੜੀ ਗੈਸ ਹੁੰਦੀ ਹੈ? ਇਸ ਵਿੱਚ ਆਪਾਂ ਨੂੰ ਧਿਆਨ ਨਾਲ ਦੇਖ ਰਹੇ ਕਿ ਸਰਬਜੀਤ ਨੇ ਆਪਣੇ ਪਿੰਡ ਦੇ ਵਿੱਚ ਇੱਕ ਬਾਇਓਗੈਸ ਦਾ ਪਲਾਂਟ ਦੇ ਅਗਲੇ ਦਿਨ ਉਹਨੇ ਆਪਣੇ ਅਧਿਆਪਕ ਨੂੰ ਪੁੱਛਿਆ ਕਿ ਭਾਈ ਕਿ ਉਹਦੇ ਵਿੱਚ ਸਭ ਤੋਂ ਵੱਧ ਗੈਸ ਕਿਹੜੀ ਹੁੰਦੀ ਹੈ, ਅਤੇ ਅਧਿਆਪਕ ਨੇ ਦੱਸਿਆ ਜਿਹੜੀ ਸਭ ਤੋਂ ਵੱਧ ਊਰਜਾ ਦਿੰਦੀ ਹੈ। ਅਤੇ ਆਪਾਂ ਪੜ੍ਹਿਆ ਸੀਗਾ ਕਿ ਸਭ ਤੋਂ ਵੱਧ ਊਰਜਾ ਕਿਹਦੇ ਵਿੱਚੋਂ ਨਿਕਲਦੀ ਹੈ? ਮੀਥੇਨ ਗੈਸ ਤੋਂ। ਇਹਦੇ ਵਿੱਚ ਫਿਰ ਕਿਹੜਾ ਆਪਸ਼ਨ ਹੋਏਗਾ? ਆਲਾ ਆਪਸ਼ਨ, ਮੀਥੇਨ ਗੈਸ। ਬੱਚੋ ਇਹ ਧਿਆਨ ਨਾਲ ਸਮਝ ਲਓ, ਇਸ ਤਰ੍ਹਾਂ ਦੇ ਹੀ ਪ੍ਰਸ਼ਨ ਆਉਣਗੇ। ਸਿੱਧੇ ਪ੍ਰਸ਼ਨ ਨਾ ਪੁੱਛ ਕੇ ਤੁਹਾਨੂੰ ਸਮਝ ਦੇ ਆਧਾਰ 'ਤੇ ਪ੍ਰਸ਼ਨ ਪੁੱਛਣ ਦੀ ਕਾਬਲੀਅਤ ਪੈਦਾ ਕਰਨਾ ਚਾਹੁੰਦੇ ਹਾਂ ਅਸੀਂ, ਅਤੇ ਇਸ ਲਈ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛ ਰਹੇ ਤਾਂ ਕਿ ਤੁਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਇਹਨਾਂ ਪ੍ਰਸ਼ਨਾਂ ਨੂੰ ਆਸਾਨੀ ਨਾਲ ਸਮਝ ਸਕੋ। ਇਸ ਤਰ੍ਹਾਂ ਹੀ ਇਹਨੂੰ ਅੱਗੇ ਵਧਦੇ ਹੋਏ ਆਪਾਂ ਤੀਜਾ ਪ੍ਰਸ਼ਨ ਦੇਖਦੇ ਹਾਂ। ਮਾਲਤੀ ਨੇ ਸਕੂਲ ਵਿੱਚ ਸੂਰਜੀ ਕੁੱਕਰ ਬਣਾਉਣ ਦੀ ਕਿਰਿਆ ਮਿਲੀ। ਉਸ ਨੂੰ ਇਸ ਵਿੱਚ ਦਰਪਣ ਲਗਾਉਣਾ ਹੈ। ਮਾਲਤੀ ਨੂੰ ਕਿਹੜਾ ਦਰਪਣ ਵਰਤਣਾ ਚਾਹੀਦਾ ਹੈ? ਆਪਾਂ ਨੂੰ ਪਤਾ ਹੈ ਕਿ ਸੂਰਜੀ ਕੁੱਕਰ ਦੀ ਕਾਲੇ ਰੰਗ ਦਾ ਹੁੰਦਾ, ਉਹ ਸਾਰੇ ਪਾਸੇ ਕਾਲੇ ਰੱਖਿਆ ਜਾਂਦਾ ਅਤੇ ਉਸ ਦੇ ਵਿੱਚ ਉਸ ਤਰ੍ਹਾਂ ਦਾ ਦਰਪਣ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜਿਹੜਾ ਕਿ ਸੂਰਜ ਦੀ ਸਾਰੀ ਰੋਸ਼ਨੀ ਨੂੰ ਉਹ ਭਾਂਡੇ ਦੇ ਉੱਤੇ ਕੇਂਦਰਿਤ ਕਰਦੇ। ਅਤੇ ਬੱਚੋ ਕਿਹੜਾ ਦਰਪਣ ਕਰਦਾ ਹੈਗਾ? ਹਾਂ, ਕਿਹੜਾ ਦਰਪਣ ਕਰਦਾ? ਬਿਲਕੁਲ ਸਹੀ, ਅਵਤਲ ਦਰਪਣ, ਆਲਾ। ਇਸ ਲਈ ਇਹਦਾ ਉੱਤਰ ਆਲਾ ਬਿਲਕੁਲ ਸਹੀ ਹੋਏਗਾ। ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲ, ਗੁਰਿੰਦਰ ਦੇ ਮਨ ਵਿੱਚ ਪ੍ਰਸ਼ਨ ਆਇਆ ਕਿ ਰਾਕੇਟ ਵਿੱਚ ਵੀ ਪਥਰਾਟ ਬਾਲਣ ਜਿਵੇਂ ਪੈਟਰੋਲ ਡੀਜ਼ਲ ਦੀ ਵਰਤੋਂ ਹੁੰਦੀ ਹੈ। ਅਗਲੇ ਦਿਨ ਅਧਿਆਪਕ 'ਤੇ ਪੁੱਛਣ 'ਤੇ ਅਧਿਆਪਕ ਨੇ ਦੱਸਿਆ ਕਿ ਰਾਕੇਟ ਵਿੱਚ ਬਾਲਣ ਦੇ ਰੂਪ ਵਿੱਚ ਇੱਕ ਗੈਸ ਦਾ ਉਪਯੋਗ ਹੁੰਦਾ ਹੈ। ਉਹ ਗੈਸ ਕਿਹੜੀ ਹੈ? ਹੈ ਨਾ। ਅਤੇ ਇਸ ਲਈ ਅਧਿਆਪਕ ਨੇ ਉਹਨੂੰ ਦੱਸਿਆ ਕਿ ਜਿਵੇਂ ਹੁਣ ਗੱਡੀਆਂ 'ਚ, ਕਾਰਾਂ, ਮੋਟਰਸਾਈਕਲਾਂ 'ਚ ਅਸੀਂ ਡੀਜ਼ਲ ਪੈਟਰੋਲ ਦੀ ਵਰਤਦੇ, ਪਰ ਰਾਕੇਟ ਵਿੱਚ ਇਹ ਫਿਊਲ ਨਹੀਂ ਵਰਤਿਆ ਜਾਂਦਾ। ਰਾਕੇਟ ਵਿੱਚ ਕਿਹੜਾ ਬਾਲਣ ਵਰਤਿਆ ਜਾਂਦਾ ਹੈ? ਜੋ ਵੱਧ ਤੋਂ ਵੱਧ ਆਪਾਂ ਨੂੰ ਦੇ ਉਹ ਬਾਲਣ ਹੈਗਾ ਹਾਈਡਰੋਜਨ। ਅਤੇ ਇਸ ਤਰ੍ਹਾਂ ਇਹਦੀ ਆਪਸ਼ਨ ਹੋ ਗਈ ਦੂਜੀ, ਹਾਈਡਰੋਜਨ ਗੈਸ। ਹਾਈਡਰੋਜਨ ਗੈਸ ਨੂੰ ਇੱਥੇ ਇਹ ਗੱਲ ਧਿਆਨ ਰੱਖਣੀ, ਹਾਈਡਰੋਜਨ ਗੈਸ ਨੂੰ ਅਸੀਂ ਆਪਣੇ ਸਕੂਟਰਾਂ, ਮੋਟਰਸਾਈਕਲਾਂ 'ਚ ਨਹੀਂ ਵਰਤ ਸਕਦੇ ਕਿਉਂਕਿ ਇਹ ਬਹੁਤ ਜ਼ਿਆਦਾ ਅੱਗ ਲੱਗ ਜਾਂਦੀ ਹੈ, ਇਨਫਲੇਮੇਬਲ ਹੁੰਦੀ ਹੈ, ਬਹੁਤ ਜ਼ਿਆਦਾ ਜਲਦੀ ਅੱਗ ਨੂੰ ਫੜ ਲੈਂਦੀ ਹੈ। ਇਹਨੂੰ ਸਟੋਰੇਜ ਕਰਨਾ ਬਹੁਤ ਔਖਾ ਹੁੰਦਾ ਹੈ, ਇਸ ਲਈ ਇਹਨੂੰ ਗੱਡੀਆਂ, ਮੋਟਰਸਾਈਕਲਾਂ ਵਿੱਚ ਅਸੀਂ ਨਹੀਂ ਵਰਤ ਸਕਦੇ।
ਅਗਲਾ ਪ੍ਰਸ਼ਨ ਹੈਗਾ ਦਿੱਲੀ ਯਾਤਰਾ ਦੌਰਾਨ ਸੁਨੀਲ ਨੇ ਜਾਣਿਆ ਕਿ ਉੱਥੇ ਵਾਹਨਾਂ ਵਿੱਚ ਖਾਸ ਈਂਧਣ ਵਰਤਿਆ ਜਾਂਦਾ ਹੈ। ਉਹ ਈਂਧਣ ਕਿਹੜਾ ਹੈ? ਦਿੱਲੀ ਵਿੱਚ ਜਿਹੜੀ ਗੱਡੀਆਂ ਚੱਲਦੀਆਂ ਹੈ, ਬੱਸਾਂ ਚੱਲਦੀਆਂ ਹਨ ਜਾਂ ਆਟੋ ਚੱਲਦੇ ਹਨ, ਉਹਨਾਂ ਦੇ ਵਿੱਚ ਇੱਕ ਈਂਧਣ ਵਰਤਿਆ ਜਾਂਦਾ ਹੈ ਅਤੇ ਉਹ ਈਂਧਣ ਜਿਹੜਾ ਹੈਗਾ ਕਿਹੜਾ ਹੈਗਾ? ਉਹ ਈਂਧਣ ਧੂੰਆਂ ਰਹਿਤ ਹੈ, ਉਹ ਬਹੁਤ ਘੱਟ ਪ੍ਰਦੂਸ਼ਣ ਕਰਦਾ ਹੈਗਾ, ਠੀਕ। ਅਤੇ ਉਹ ਸਸਤਾ ਵੀ ਹੋਣਾ ਚਾਹੀਦਾ, ਉਹ ਆਸਾਨੀ ਨਾਲ ਮਿਲਣਾ ਵੀ ਚਾਹੀਦਾ ਅਤੇ ਇਹਨਾਂ ਵਿੱਚੋਂ ਕਿਹੜਾ ਹੋ ਸਕਦਾ? LPG ਗੈਸ ਨਹੀਂ ਹੋ ਸਕਦਾ ਬੇਟੇ ਪਹਿਲਾ ਆਪਸ਼ਨ। ਕਿਉਂ? ਕਿਉਂਕਿ ਉਹ ਤਾਂ ਘਰਾਂ 'ਚ ਵਰਤੇ ਹਾਈਡਰੋਜਨ ਦਾ ਈਡੀ ਵਾਲੀ ਹੈਗਾ ਹਾਈਡਰੋਜਨ ਦੇ ਬਾਰੇ ਵੀ ਮੈਂ ਹੁਣੇ ਦੱਸਿਆ। ਇਸ ਲਈ ਇਹਦੇ ਵਿੱਚ ਇਹਦਾ ਉੱਤਰ ਹੋਏਗਾ ਕਿਹੜਾ ਹੋਏਗਾ? CNG ਗੈਸ। CNG ਦਾ ਫੁੱਲ ਫਾਰਮ ਪੂਰਾ ਬਣਦਾ ਕੰਪਰੈਸਡ ਨੈਚੁਰਲ ਗੈਸ, ਠੀਕ ਹੈ। ਇਹਦੇ ਕੈਲੋਰੀਫਿਕ ਵੈਲਿਊ ਵੀ ਵੱਧ ਹੁੰਦੀ ਹੈ ਅਤੇ ਇਹ ਧੂੰਆਂ ਰਹਿਤ ਹੁੰਦਾ ਹੈ ਅਤੇ ਪ੍ਰਦੂਸ਼ਣ ਤੋਂ ਬਹੁਤ ਵਧੀਆ ਢੰਗ ਨਾਲ ਆਪਾਂ ਨੂੰ ਬਚਾਉਂਦਾ ਹੈ, ਪ੍ਰਦੂਸ਼ਣ ਰਹਿਤ ਵਾਤਾਵਰਣ ਦਿੰਦਾ ਹੈ। ਅਗਲਾ ਪ੍ਰਸ਼ਨ ਆਪਣਾ ਹੈਗਾ ਕਨਵਰ ਨੇ ਸਕੂਲ ਟੂਰ ਦੌਰਾਨ ਬਠਿੰਡਾ ਥਰਮਲ ਪਲਾਂਟ ਦਾ ਦੌਰਾ ਕੀਤਾ। ਥਰਮਲ ਪਲਾਂਟ ਵਿੱਚ ਬਿਜਲੀ ਬਣਾਉਣ ਲਈ ਆਮ ਤੌਰ 'ਤੇ ਕਿਹੜਾ ਬਾਲਣ ਇਸਤੇਮਾਲ ਕੀਤਾ ਜਾਂਦਾ ਹੈ? ਇਹ ਵੀ ਬੜੇ ਧਿਆਨ ਨਾਲ ਸਮਝਿਆ। ਕਨਵਰ ਕਿੱਥੇ ਗਿਆ ਸੀਗਾ? ਥਰਮਲ ਪਾਵਰ ਪਲਾਂਟ। ਥਰਮਲ ਦਾ ਮਤਲਬ ਹੁੰਦਾ ਹੈ ਬੱਚਿਓ ਕੀ ਹੁੰਦਾ ਹੈਗਾ? ਜਿੱਥੇ ਕੋਇਲੇ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈਗੀ ਅਤੇ ਇਸ ਲਈ ਇਹਦਾ ਆਪਸ਼ਨ ਆਪਣਾ ਚੌਥਾ ਆਪਸ਼ਨ ਹੋਏਗਾ ਕੋਇਲਾ। ਕਿਹਦੇ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ? ਕੋਇਲੇ ਨਾਲ। ਥਰਮਲ ਵਿੱਚ ਹਮੇਸ਼ਾ ਯਾਦ ਰੱਖਣਾ ਕਿ ਹਮੇਸ਼ਾ ਕਿਹਦੇ ਨਾਲ ਬਿਜਲੀ ਪੈਦਾ ਕਰਨੀ ਆਪਾਂ? ਕੋਇਲੇ ਨਾਲ। ਇਸ ਤੋਂ ਅਗਲਾ ਪ੍ਰਸ਼ਨ 7ਵਾਂ ਪ੍ਰਸ਼ਨ ਆ ਗਿਆ ਆਪਣੇ ਕੋਲ ਪਥਰਾਟ ਬਾਲਟ ਊਰਜਾ ਦਾ ਨਾ ਨਵਿਆਉਣਯੋਗ ਸੋਮਾ ਹਨ, ਇਸ ਦਾ ਕਾਰਨ ਕੀ ਹੈ? ਪਥਰਾਟ ਬਾਲਟ ਊਰਜਾ ਦਾ ਨਾ ਨਵਿਆਉਣ ਸੋਮਾ ਹੈਗਾ। ਪਥਰਾਟ ਬਾਲਣ ਨਾ ਨਵਿਆਉਣ ਸੋਮਾ ਮਤਲਬ ਕਿ ਇਹ ਸੋਮਾ ਜਿਹੜਾ ਹੈਗਾ ਪਥਰਾਟ ਬਾਲਣ ਇਹ ਮੁੱਕ ਜਾਂਦਾ ਹੈ ਅਤੇ ਇਸ ਦਾ ਕਿਹੜਾ ਹੋ ਜਾਏਗਾ? ਪਹਿਲੀ ਆਪਸ਼ਨ ਆਪਾਂ ਪੜ੍ਹਦੇ ਹਾਂ ਇਹਨਾਂ ਦੀ ਮਾਤਰਾ ਸੀਮਿਤ ਹੈ, ਬਿਲਕੁਲ ਠੀਕ ਕਿ ਪਥਰਾਟ ਬਾਲਣ ਹੈ ਜਿਹੜਾ ਕੁਝ ਸਮੇਂ ਬਾਅਦ ਖਤਮ ਹੋ ਜਾਏਗਾ ਅਤੇ ਇਹਨੂੰ ਬਣਨ ਨੂੰ ਕਈ ਹਜ਼ਾਰੋਂ ਲੱਖੋਂ ਸਾਲ ਲੱਗਦੇ ਹਨ। ਇਸ ਲਈ ਇਹਨਾਂ ਦੀ ਮਾਤਰਾ ਬਹੁਤ ਹੀ ਕਮ ਮਾਤਰਾ ਵਿੱਚ ਮਿਲਦਾ ਹੈ। ਇਹਨੂੰ ਬਣਨ ਨੂੰ ਵੀ ਬਹੁਤ ਸਮਾਂ ਲੱਗਦਾ ਹੈ। ਦੂਜੀ ਆਪਸ਼ਨ ਆਲਾ ਹੈਗੀ ਇਹਨਾਂ ਦੇ ਬਣਨ ਲਈ ਲੰਬਾ ਸਮਾਂ ਲੱਗ ਜਾਂਦਾ, ਕਈ ਸਾਲ ਲੱਗ ਜਾਂਦੇ ਹੈ। ਅਤੇ ਤੀਜੀ ਆਪਸ਼ਨ ਹੈ ਕਿ ਇਹਨਾਂ ਨੂੰ ਦੁਬਾਰਾ ਤਿਆਰ ਕੀਤਾ ਜਾ ਸਕਦਾ ਹੈ, ਇਹ ਤਾਂ ਬਹੁਤ ਹੀ ਔਖਾ ਹੈਗਾ। ਇਸ ਲਈ ਇਹ ਸੱਸਾ ਆਪਸ਼ਨ ਹੋਏਗੀ ਪਹਿਲੀ ਅਤੇ ਜਿਹੜੀ ਦੋਨੋਂ ਊੜਾ ਅਤੇ ਆੜਾ ਮੈਨੂੰ ਹੀ ਦੋਨੋਂ ਸਹੀ ਲੱਗਦੀਆਂ ਹਨ, ਇਸ ਲਈ ਸੱਸਾ ਆਪਸ਼ਨ ਜਿਹੜੀ ਹੈਗੀ ਇਸ ਉੱਤਰ ਲਈ ਬਿਲਕੁਲ ਸਹੀ ਰਹੇਗੀ। 8ਵਾਂ ਪ੍ਰਸ਼ਨ ਪੌਣ ਊਰਜਾ ਫਾਰਮ ਤਿਆਰ ਕਰਨ ਲਈ ਹਵਾ ਦੀ ਗਤੀ ਘੱਟ ਤੋਂ ਘੱਟ ਕਿੰਨੀ ਹੋਣੀ ਚਾਹੀਦੀ ਹੈ? ਪੌਣ ਊਰਜਾ ਬਾਰੇ ਆਪਾਂ ਪੜ੍ਹਿਆ ਸੀਗਾ ਕਿ ਪੌਣ ਊਰਜਾ ਲਈ ਆਪਾਂ ਨੂੰ ਬਹੁਤ ਵੱਡੀ ਪਵਨ ਚੱਕੀਆਂ ਲਾਉਣੀਆਂ ਪੈਂਦੀਆਂ ਹਨ, ਪਰ ਇਸ ਦੇ ਲਈ ਇਹ ਸਿਰਫ ਉਹਨਾਂ ਸੀਮਿਤ ਖੇਤਰਾਂ ਵਿੱਚ ਹੀ ਲੱਗ ਸਕਦੀ ਹੈ ਜਿੱਥੇ ਪੌਣ ਦੀ ਗਤੀ ਬਹੁਤ ਅਧਿਕ ਤੇਜ਼ ਹੋਣ ਅਤੇ ਘੱਟੋ ਘੱਟ ਅਸੀਂ ਪੜ੍ਹਿਆ ਵੀ ਸੀਗਾ ਕਿ ਘੱਟੋ ਘੱਟ ਉਹਦੀ ਗਤੀ ਜਿਹੜੀ ਹੈ 15 ਕਿਲੋਮੀਟਰ ਪਰ ਆਵਰ ਹੋਣੀ ਚਾਹੀਦੀ ਹੈ। ਜਿਹੜੇ ਸਥਾਨਾਂ 'ਤੇ ਇਹਦੀ ਗਤੀ ਘੱਟ ਹੈਗੀ ਹੈ, ਪੌਣ ਤੇਜ਼ ਨਹੀਂ ਚੱਲਦੀ ਹੈ ਨਾ, ਅਤੇ ਪੌਣ ਦੀ ਗਤੀ ਘੱਟ ਹੈਗੀ, ਹਵਾ ਦੀ ਗਤੀ ਜਾਂ ਪਵਨ ਦੀ ਗਤੀ ਘੱਟ ਹੈਗੀ ਹੈ, ਉਹ ਸਥਾਨਾਂ 'ਤੇ ਪੌਣ ਊਰਜਾ ਰਾਹੀਂ ਬਿਜਲੀ ਜਾਂ ਟਿਊਬਵੈੱਲ ਜਾਂ ਪੰਪ ਨਹੀਂ ਚਲਾਏ ਜਾ ਸਕਦੇ। ਇਸ ਲਈ ਇਹਦਾ ਉੱਤਰ 15 ਕਿਲੋਮੀਟਰ ਈਡੀ ਹੋਏਗਾ। ਇਸ ਤੋਂ ਇਲਾਵਾ ਅਗਲਾ ਪ੍ਰਸ਼ਨ ਆਪਾਂ ਦੇਖਦੇ ਹਾਂ ਪ੍ਰਸ਼ਨ 9ਵਾਂ ਸੂਰਜੀ ਕੁੱਕਰ ਦੇ ਅੰਦਰ ਵਾਲੇ ਪਾਸੇ ਦਾ ਰੰਗ ਡੈਸ਼ ਹੁੰਦਾ ਹੈ। ਇਹ ਤਾਂ ਬਹੁਤ ਹੀ ਜ਼ਿਆਦਾ ਸੌਖਾ ਹੈਗਾ। ਸੂਰਜੀ ਕੁੱਕਰ ਆਪਾਂ ਦੇਖਿਆ ਹੈਗਾ ਉਹ ਕਿਹੜੇ ਰੰਗ ਦਾ ਹੁੰਦਾ? ਚਾਰੇ ਪਾਸੇ ਉਹ ਅੰਦਰੋਂ ਕਿਹੜੇ ਰੰਗ ਦਾ ਹੁੰਦਾ ਹੈ? ਕਾਲੇ ਰੰਗ ਦਾ ਹੁੰਦਾ ਹੈਗਾ ਅਤੇ ਇਹਦਾ ਉੱਤਰ ਇਸ ਲਈ ਕੀ ਬਣ ਜਾਏਗਾ? ਕਾਲਾ ਰੰਗ ਆਲਾ। ਇਹਨਾਂ ਵਿੱਚੋਂ 10ਵਾਂ ਪ੍ਰਸ਼ਨ ਇਹਨਾਂ ਵਿੱਚੋਂ ਕਿਹੜਾ ਊਰਜਾ ਦਾ ਸੋਮਾ ਕੁਦਰਤੀ ਊਰਜਾ ਦਾ ਸੋਮਾ ਨਹੀਂ ਹੈ? ਹੁਣ ਚਾਰ ਆਪਸ਼ਨ ਆਪਾਂ ਦੇਖਣੀ ਹੈਗੀ ਹੈ ਅਤੇ ਇਹਨਾਂ ਵਿੱਚੋਂ ਦੇਖਣਾ ਹੈ ਕਿ ਜਿਹੜਾ ਊਰਜਾ ਦਾ ਸੋਮਾ ਕੁਦਰਤੀ ਊਰਜਾ ਦਾ ਸੋਮਾ ਨਹੀਂ ਹੈ। ਜਵਾਰ ਊਰਜਾ ਜਿਹੜੀ ਆਪਾਂ ਨੂੰ ਕੁਦਰਤੀ ਰੂਪ ਵਿੱਚ ਜਵਾਰ ਭਾਟਾ ਤੋਂ ਜਦੋਂ ਫਟਦਾ ਹੈ ਉਹਦੇ ਵਿੱਚੋਂ ਨਿਕਲਦੀ ਹੈ ਲਾਵਾ ਦੇ ਰੂਪ ਵਿੱਚ। ਤਰੰਗ
ਤਰੰਗ ਊਰਜਾ ਵੀ ਕੁਦਰਤੀ ਸਾਧਨਾਂ ਰਾਹੀਂ ਮਿਲਦੀ ਹੈ, ਸਮੁੰਦਰੀ ਤਾਪ ਊਰਜਾ ਵੀ ਹੁੰਦੀ ਹੈ। ਇਹਦੇ ਵਿੱਚ ਭੂ ਤਾਪ ਊਰਜਾ ਜਿਹੜਾ ਹੈਗਾ ਉਸ ਕੁਦਰਤੀ ਊਰਜਾ ਦਾ ਸਾਧਨ ਨਹੀਂ ਹੈ। ਇਸ ਤਰ੍ਹਾਂ ਬੱਚੋ ਤੁਸੀਂ ਹੁਣ ਦੇਖਿਆ ਕਿ ਨਾ ਆਹ ਜਿਹੜਾ ਪਾਠ ਹੈਗਾ, ਇਸ ਪਾਠ ਦੇ ਵਿੱਚੋਂ ਪ੍ਰਸ਼ਨ ਉੱਤਰ ਵਾਸਤੂਨਿਸ਼ਟ ਰੂਪ ਜਾਂ ਓਬਜੈਕਟਿਵ ਟਾਈਪ ਵਿੱਚ ਦੇ ਰੂਪ ਵਿੱਚ ਆਇਆ ਕਰਨਗੇ, ਅਤੇ ਇਹਦੇ ਨਾਲ ਆਪਾਂ ਉੱਤਰ ਦੇਣੇ ਬਹੁਤ ਹੀ ਜ਼ਿਆਦਾ ਸੌਖੇ ਹੁੰਦੇ ਆ। ਬਸ ਇੰਨਾ ਹੀ ਤੁਸੀਂ ਧਿਆਨ ਰੱਖਣਾ ਹੈਗਾ ਕਿ ਇਹ ਜਿਹੜੇ ਉੱਤਰ ਹੈਗੇ ਆ ਜਲਦਬਾਜ਼ੀ 'ਚ ਨਹੀਂ, ਆਰਾਮ ਨਾਲ ਪੜ੍ਹ ਕੇ ਦੇਣੇ ਹੈਗੇ ਆ। ਠੀਕ ਹੈ, ਉਮੀਦ ਕਰਦਾ ਹਾਂ ਕਿ ਤੁਹਾਨੂੰ ਆ ਸਮਝ ਆਇਆ ਹੋਗਾ ਕਿ ਕੱਲ੍ਹ ਦਾ ਜਿਹੜਾ ਪੇਪਰ ਆਪਣਾ 24 ਅਗਸਤ ਨੂੰ ਹੋਣਾ ਹੈਗਾ ਉਹ ਕਿਸ ਤਰ੍ਹਾਂ ਹੋਏਗਾ, ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਆਪਣੇ ਵਿਸ਼ੇ ਸਾਇੰਸ ਦੇ 5 ਪ੍ਰਸ਼ਨ ਹੀ ਆਉਣਗੇ ਇਕੱਲੇ, ਹਰ ਜਮਾਤ ਦੇ ਵਿੱਚ 5 ਪ੍ਰਸ਼ਨ ਹੀ ਆਉਣਗੇ। 5 ਪ੍ਰਸ਼ਨ ਦੇ ਹੀ ਸਾਰੇ ਵਿਸ਼ੇ ਸਬਜੈਕਟਾਂ ਦੇ ਵਿੱਚੋਂ ਆਉਣਗੇ। ਆਪਣੇ 6 ਵਿਸ਼ੇ ਹੈਗੇ 10ਵੀਂ ਜਮਾਤ ਦੇ, ਅਤੇ 6 ਵਿਸ਼ੇ ਦੇ ਹਿਸਾਬ ਨਾਲ 5 ਪ੍ਰਸ਼ਨ ਪਹਿਲੇ ਅੰਗਰੇਜ਼ੀ ਦੇ ਆਉਣਗੇ, ਫਿਰ ਸਾਇੰਸ ਦੇ, ਫਿਰ ਮੈਥ ਦੇ, ਇੰਗਲਿਸ਼ ਦੇ, SST ਦੇ, ਇਸ ਤਰ੍ਹਾਂ ਹੀ 5 ਪ੍ਰਸ਼ਨ ਆਉਣਗੇ ਅਤੇ ਕੁੱਲ 30 ਪ੍ਰਸ਼ਨ ਆਉਣਗੇ। ਬਹੁਤ ਹੀ ਸੌਖਾ ਪੇਪਰ ਹੋਏਗਾ, ਆਰਾਮ ਨਾਲ ਤੁਸੀਂ ਸੋਚ ਕੇ ਕਰ ਲੈਣਾ ਹੈਗਾ। ਪ੍ਰਸ਼ਨ ਜਿਹੜੇ ਹੈਗੇ ਪਾਠ ਜਿਹੜੇ ਅਪ੍ਰੈਲ ਮਈ ਅਤੇ ਜੁਲਾਈ ਦੇ ਪਾਠਾਂ ਦੇ ਵਿੱਚੋਂ ਹੀ ਆਏਗਾ। ਅਪ੍ਰੈਲ ਮਈ ਦਾ ਆਪਾਂ ਸਾਰਾ ਕੁਝ ਪੜ੍ਹਿਆ ਹੋਇਆ, ਜੁਲਾਈ ਦਾ ਵੀ ਸਿਲੇਬਸ ਆਪਾਂ ਕਰਿਆ ਹੋਇਆ ਹੈਗਾ। ਬਹੁਤ ਹੀ ਸੌਖਾ ਢੰਗ ਨਾਲ ਪੇਪਰ ਨੂੰ ਤੁਸੀਂ ਅਟੈਂਪਟ ਕਰ ਸਕਦੇ ਹੋ। ਥੈਂਕ ਯੂ।